अच्छा जी, ਹੁਣ ਸਿਚੁਏਸ਼ਨ ਹੈ 3 ਸਤੰਬਰ ਦੀ। ਹਰੀਕੇ ਹੈਡਵਰਕਸ ਦੀ ਜਿਹੜੀ ਇਸ ਟਾਈਮ ਇੰਡੀਅਨ ਮੀਡੀਆ ਰਿਪੋਰਟ ਕਰਦਾ ਪਿਆ, ਰਾਤ ਦੀ ਸੂਰਤ-ਹਾਲ ਡਿਫਰੈਂਟ ਸੀ ਤੇ ਹੁਣ ਜਨਾਬ ਟੋਟਲੀ ਡਿਫਰੈਂਟ ਹੋ ਗਈ ਹੈ ਤੇ ਹਰੀਕੇ ਹੈਡਵਰਕਸ ਤੇ ਵੀ ਜਨਾਬ ਇਸ ਟਾਈਮ ਪਾਣੀ ਜ਼ਿਆਦਾ ਹੋ ਗਿਆ। ਅਪ ਸਟ੍ਰੀਮ ਤੇ ਜੀ 3,35,000 ਕਿਊਸਿਕ ਹੈ, ਡਾਊਨ ਸਟ੍ਰੀਮ ਵਿੱਚ ਜਨਾਬ 3,18,000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਤੇ ਬਾਕੀ ਜਿਹੜਾ 17,000 ਕਿਊਸਿਕ ਹੈ ਜੀ ਉਹ ਜੀ ਰਾਜਸਥਾਨ ਫੀਡਰ ਤੇ ਫਿਰੋਜ਼ਪੁਰ ਫੀਡਰ ਵਿੱਚ ਛੱਡਿਆ ਜਾ ਰਿਹਾ। ਤੇ ਮੈਂ ਜਨਾਬ ਦੱਸਦਾ ਚੱਲਾਂ ਕਿ 31 ਗੇਟ ਹੈਗੇ ਨੇ ਤੇ 31 ਦੇ 31 ਗੇਟ ਉਹਨਾਂ ਨੇ ਖੋਲ ਦਿੱਤੇ ਨੇ ਤੇ ਉਹਦੇ ਨਾਲ ਜਨਾਬ ਉੱਥੇ ਹਾਈ ਫਲੱਡ ਡਿਕਲੇਅਰ ਕਰ ਦਿੱਤਾ ਗਿਆ। ਇਹ ਜੀ ਇੰਡੀਅਨ ਮੀਡੀਆ ਨੇ ਰਾਤ ਨੂੰ ਵੀ ਰਿਪੋਰਟ ਕੀਤਾ ਸੀ ਤੇ ਅੱਜ ਜੀ ਸਵੇਰੇ ਫਿਰ 7 ਵਜੇ ਦੀ ਅਪਡੇਟ ਹੈ। ਇਹ ਜਿਹੜੀ ਮੈਂ ਅਪਡੇਟ ਸ਼ੇਅਰ ਕਰਦਾ ਪਿਆ ਇਹ ਅੱਜ ਸਵੇਰੇ 3 ਸਤੰਬਰ 2025 7 ਵਜੇ ਦੀ ਹੈ ਤੇ ਮੈਂ ਜੀ ਦੱਸਦਾ ਚੱਲਾਂ ਕਿ ਰਾਤ ਨੂੰ 3,10,000 ਕਿਊਸਿਕ ਪਾਣੀ ਆਏਗਾ ਸੀ ਅਪਸਟ੍ਰੀਮ ਤੇ ਹੁਣ ਜਨਾਬ ਸਵੇਰੇ ਹੋ ਗਿਆ 3,35,000। ਇਹਦਾ ਮਤਲਬ ਜੀ 25,000 ਕਿਊਸਿਕ ਜਿਹੜਾ ਜੀ ਪਾਣੀ ਵਧਿਆ। ਪੌਂਗ ਡੈਮ ਦੀ ਗੱਲ ਕਰੀਏ ਅੱਜ ਸਵੇਰੇ 6 ਵਜੇ ਦੀ ਜਿਹੜੀ ਅਪਡੇਟ ਇੰਡੀਅਨ ਮੀਡੀਆ ਰਿਪੋਰਟ ਕਰਦਾ ਪਿਆ ਉਹਦੇ ਮੁਤਾਬਿਕ ਜੀ ਲੈਵਲ ਹੈ 1391.91 ਫੁੱਟ। ਪਾਣੀ ਦੀ ਉੱਥੇ ਆਮਦ ਹੈ 1,26,958 ਕਿਊਸਿਕ। ਪਾਣੀ ਦਾ ਅਖਰਾਜ ਜੀ 79,880 ਕਿਊਸਿਕ। ਆਮਦ ਉੱਥੇ ਵਧੀ ਹੈ। ਭਾਖੜਾ ਡੈਮ ਦੀ ਗੱਲ ਕਰੀਏ ਤੇ ਮੁਸਲਸਲ ਜਨਾਬ ਰਾਈਜ਼ਿੰਗ ਪੋਜੀਸ਼ਨ ਵਿੱਚ ਹੈ 1677.84 ਫੁੱਟ ਦਾ ਲੈਵਲ ਹੋ ਗਿਆ 1680 ਫੁੱਟ ਜੀ ਡੇਂਜਰ ਲੈਵਲ ਹੈ। ਤੇ ਮੈਂ ਦੱਸਦਾ ਚੱਲਾਂ ਕਿ ਪੌਂਗ ਡੈਮ ਡੇਂਜਰ ਲੈਵਲ ਕ੍ਰਾਸ ਕਰ ਚੁੱਕਾ ਹੈ ਤੇ ਭਾਖੜਾ ਡੈਮ ਦਾ ਜੀ 1677.84 ਫੁੱਟ ਦਾ ਲੈਵਲ ਹੈਗਾ ਜੀ ਤੇ 1680 ਫੁੱਟ ਤੇ ਜੀ ਉਹਦਾ ਡੇਂਜਰ ਲੈਵਲ ਸਟਾਰਟ ਹੋ ਜਾਵੇਗਾ। ਉੱਥੇ ਜੀ ਪਾਣੀ ਦੀ ਆਮਦ ਹੈਗੀ 86,822 ਕਿਊਸਿਕ ਤੇ ਪਾਣੀ ਦਾ ਅਖਰਾਜ ਹੈਗਾ ਜੀ 65,042 ਕਿਊਸਿਕ ਜਿਹੜਾ ਜੀ ਸਪਿਲਵੇਜ਼ ਦੇ ਥਰੂ ਤੇ ਟਰਬਾਈਨਾਂ ਦੇ ਜ਼ਰੀਏ ਜਨਾਬ ਕੱਢਿਆ ਜਾ ਰਿਹਾ ਹੈ। ਸਿਚੁਏਸ਼ਨ ਹੈਗੀ ਜੇ ਹਰੀਕੇ ਦੀ, ਭਾਖੜਾ ਦੀ, ਪੌਂਗ ਡੈਮ ਦੀ। ਮੌਸਮ ਖਰਾਬ ਹੈਗਾ ਜੀ ਤੇ ਮੁਸਲਸਲ ਬਾਰਿਸ਼ਾਂ ਨੇ ਤੇ ਇੱਥੇ ਜਨਾਬ ਸਾਡੇ ਵੱਲ ਵੀ ਬਾਰਿਸ਼ ਹੁੰਦੀ ਪਈ ਹੈ ਤੇ ਉਧਰ ਜੀ ਰੈੱਡ ਅਲਰਟ ਪੰਜਾਬ ਵਿੱਚ ਜਾਰੀ ਕਰ ਦਿੱਤਾ ਗਿਆ। ਬਾਰਿਸ਼ਾਂ ਦਾ ਮਹਿਕਮਾ ਮੌਸਮਿਆਤ ਨੇ ਕਿਹਾ ਜੀ 2-3 ਦਿਨ ਜਨਾਬ ਬਾਰਿਸ਼ ਇਸੇ ਤਰ੍ਹਾਂ ਰਹੇਗੀ, ਬਲਕਿ ਮੁਸਲਸਲ ਬਾਰਿਸ਼ ਚੱਲਦੀ ਪਈ ਹੈ ਵਕਫੇ ਨਾਲ। ਗੰਡਾ ਸਿੰਘ ਦੇ ਮੁਕਾਮ ਦੀ ਗੱਲ ਕਰਦੇ ਚਲੀਏ ਕਿ ਮੈਂ ਜੀ ਰਾਤ ਨੂੰ ਤੁਹਾਨੂੰ ਅਪਡੇਟ ਦਿੱਤੀ ਸੀ ਕਿ ਰੱਬ ਦਾ ਸ਼ੁਕਰ ਹੈ ਉੱਥੋਂ ਦੀ ਜਿਹੜੀ ਗੇਜ ਹੈ ਉਹ ਪਾਕ ਰੇਂਜਰਸ ਨੇ ਬਹਾਲ ਕਰ ਦਿੱਤੀ ਹੈ ਕਿਉਂਕਿ ਜੀ ਸਾਡੇ ਕੋਲ ਸਤਲੁਜ ਦੇ ਹਵਾਲੇ ਨਾਲ ਜੀ ਗੰਡਾ ਸਿੰਘ ਦੇ ਮੁਕਾਮ ਤੋਂ ਜਿਹੜੀ ਇਨਫੋਰਮੇਸ਼ਨ ਆਉਂਦੀ ਹੁੰਦੀ ਸੀ ਉਹ ਜੀ ਫਸਟ ਹੈਂਡ ਇਨਫੋਰਮੇਸ਼ਨ ਸੀ ਜਿਹੜੀ ਕਿ ਜੀ ਆਫੀਸ਼ੀਅਲੀ ਆਉਂਦੀ ਹੈ। ਬਾਕੀ ਪੌਂਗ ਡੈਮ, ਭਾਖੜਾ ਡੈਮ, ਹਰੀਕੇ ਇਹ ਸਭ ਕੁਝ ਸਾਨੂੰ ਜੀ ਮੀਡੀਆ ਤੋਂ ਲੈਣਾ ਪੈਂਦਾ ਜਾਂ ਜਨਾਬ ਸੋਸ਼ਲ ਮੀਡੀਆ ਤੋਂ ਸਾਨੂੰ ਚੀਜ਼ਾਂ ਲੱਭਦੀਆਂ ਨੇ। ਆਫੀਸ਼ੀਅਲੀ ਜੋ ਸਾਨੂੰ ਚੀਜ਼ ਮਿਲਦੀ ਹੈ ਉਹ ਜੀ ਗੰਡਾ ਸਿੰਘ ਦੇ ਮੁਕਾਮ ਤੋਂ ਮਿਲਦੀ ਹੈ ਇਰੀਗੇਸ਼ਨ ਡਿਪਾਰਟਮੈਂਟ ਵੱਲੋਂ ਤੇ ਗੰਡਾ ਸਿੰਘ ਦੇ ਮੁਕਾਮ ਤੇ ਜਨਾਬ ਗੇਜ ਹੈਗੀ ਹੈ 23.10 ਫੁੱਟ ਜਨਾਬ ਗੇਜ ਹੈ 2,69,501 ਕਿਊਸਿਕ ਜੀ ਪਾਣੀ ਉੱਥੇ ਰਿਪੋਰਟ ਹੁੰਦਾ ਪਿਆ ਹੈ। ਸੁਲੇਮਾਨ ਕੈਡਵਰਕਸ ਦੀ ਅਗਰ ਆਪਾਂ ਗੱਲ ਕਰੀਏ ਤੇ ਸੁਲੇਮਾਨ ਕੈਡਵਰਕਸ ਤੇ ਜਨਾਬ 1,22,736 ਕਿਊਸਿਕ ਦੀ ਅਪਸਟ੍ਰੀਮ ਤੇ ਡਾਊਨਸਟ੍ਰੀਮ ਵਿੱਚ ਵੀ ਜਨਾਬ ਇਹਨਾਂ ਪਾਣੀ ਛੱਡਿਆ ਜਾ ਰਿਹਾ ਹੈ। ਕਈ ਦੋਸਤ ਜੀ ਮੈਨੂੰ ਪੁੱਛਦੇ ਨੇ ਕਿ ਜੀ ਸੁਲੇਮਾਨ ਕੈਡਵਰਕਸ ਤੇ ਪਾਣੀ ਘੱਟ ਹੈ, ਰਿਪੋਰਟ ਘੱਟ ਹੁੰਦਾ ਪਿਆ, ਡਾਊਨਸਟ੍ਰੀਮ ਜੀ ਜ਼ਿਆਦਾ ਨੁਕਸਾਨ ਹੁੰਦੇ ਪਏ ਨੇ ਤੇ ਮੈਂ ਉਹਨਾਂ ਦੋਸਤਾਂ ਭਰਾਵਾਂ ਨੂੰ ਦੱਸਦਾ ਚੱਲਾਂ ਕਿ ਜੀ ਮਜਬੂਰੀ ਹੈ ਕਿ ਅਸੀਂ ਇਰੀਗੇਸ਼ਨ ਡਿਪਾਰਟਮੈਂਟ ਨੂੰ ਫਾਲੋ ਕਰਨਾ ਹੈ ਕਿਉਂਕਿ ਜੀ ਸਾਡੇ ਕੋਲ ਇਹੋ ਜਿਹਾ ਕੋਈ ਪੈਮਾਨਾ ਨਹੀਂ, ਕੋਈ ਸਾਡੇ ਕੋਲ ਇਹੋ ਜੀ ਕ੍ਰਾਸ ਵੈਰੀਫਿਕੇਸ਼ਨ ਨਹੀਂ ਕਿ ਅਸੀਂ ਵੈਰੀਫਾਈ ਕਰ ਸਕੀਏ ਕਿ ਜੀ ਪਾਣੀ ਇੰਨਾ ਹੈ ਜਾਂ ਨਹੀਂ ਹੈ। ਜ਼ਾਹਿਰ ਜੀ ਅਲਟੀਮੇਟਲੀ ਸਾਨੂੰ ਇਰੀਗੇਸ਼ਨ ਡਿਪਾਰਟਮੈਂਟ ਦੀ ਰਿਪੋਰਟ ਨੂੰ ਫਾਲੋ ਕਰਨਾ ਪੈ ਰਿਹਾ ਹੈ। ਦੂਸਰੇ ਪਾਸੇ ਅੱਛਾ ਜੀ ਸੁਲੇਮਾਨ ਕੈਡਵਰਕਸ ਤੇ ਹਾਈ ਫਲੱਡ ਹੈ, ਗੰਡਾ ਸਿੰਘ ਦੇ ਮੁਕਾਮ ਤੇ ਐਕਸੈਪਸ਼ਨਲੀ ਹਾਈ ਫਲੱਡ ਚੱਲਦਾ ਪਿਆ। ਹੈਡ ਇਸਲਾਮ ਦੀ ਗੱਲ ਕਰੀਏ ਤੇ ਉੱਥੋਂ ਜੀ ਲੋਕਾਂ ਦੇ ਬੜੇ ਮੈਸੇਜ ਆ ਰਹੇ ਨੇ, ਮੈਂ ਜੀ 1-2 ਸਕਰੀਨਸ਼ਾਟ ਵੀ ਲਾਉਂਦਾ ਪਿਆ। ਕਈ ਦੋਸਤ ਜਨਾਬ ਉੱਥੇ ਕਹਿੰਦੇ ਪਏ ਨੇ ਕਿ ਜੀ ਤੁਸੀਂ ਪਾਣੀ ਥੋੜਾ ਦੱਸਦੇ ਪਏ ਹੋ, ਬਲਕਿ ਕਈ ਦੋਸਤਾਂ ਨੇ ਮੈਨੂੰ ਕਿਹਾ ਜੀ ਤੁਸੀਂ ਸਾਨੂੰ ਮਾਯੂਸ ਕਰਦੇ ਪਏ ਹੋ ਜੀ, ਪਾਣੀ ਬਹੁਤ ਜ਼ਿਆਦਾ ਹੈ ਤੇ ਤੁਸੀਂ ਕਹਿੰਦੇ ਹੋ ਘੱਟ ਹੈ। ਤੇ ਜਨਾਬ ਗੱਲ ਹੋਈ ਹੈ ਕਿ ਮੈਂ ਉਹ ਹੀ ਦੱਸਣਾ ਜੋ ਆਫੀਸ਼ੀਅਲੀ FFD ਜਾਂ ਇਰੀਗੇਸ਼ਨ ਡਿਪਾਰਟਮੈਂਟ ਰਿਪੋਰਟ ਦੇਵੇਗਾ। ਹੋਰ ਜਨਾਬ ਇਸ ਤੋਂ ਇਲਾਵਾ ਹੱਲ ਕੋਈ ਨਹੀਂ। ਹੈਡ ਇਸਲਾਮ ਤੇ ਜੀ ਦਰਮਿਆਨੇ ਦਰਜੇ ਦਾ ਸੈਲਾਬ ਹੈ, ਰਾਈਜ਼ਿੰਗ ਟ੍ਰੈਂਡ ਹੈ 95,727 ਕਿਊਸਿਕ ਹੈ ਤੇ ਲੋਕਾਂ ਦਾ ਕਹਿਣਾ ਹੈ ਕਿ ਜਨਾਬ 2023 ਵਿੱਚ ਜਨਾਬ ਪਾਣੀ ਜ਼ਿਆਦਾ ਸੀ ਤੇ ਉੱਥੇ ਨਹੀਂ ਪਹੁੰਚਿਆ ਜਿਹੜਾ ਜਿੱਥੇ ਜੀ ਹੁਣ 2025 ਦਾ ਪਾਣੀ ਪਹੁੰਚਦਾ ਪਿਆ। ਇਹ ਤੇ ਜਨਾਬ ਮੈਂ 24 ਅਗਸਤ ਨੂੰ ਗੱਲ ਕੀਤੀ ਸੀ ਕਿ ਜਨਾਬ ਤੁਸੀਂ 2023 ਨਾਲ ਕੰਪੇਅਰ ਨਾ ਕਰੋ, ਇਹ ਪਾਣੀ ਉੱਥੇ ਪਹੁੰਚੇਗਾ ਜਿੱਥੇ 2023 ਵਿੱਚ ਪਹੁੰਚਿਆ ਸੀ। ਪਹਿਲੀ ਗੱਲ ਹੈ ਕਿ ਪਾਣੀ ਨੇ ਆਪਣੇ ਰਸਤੇ ਬਣਾ ਲਏ ਤੇ ਦੂਸਰਾ ਜਨਾਬ ਪਾਣੀ ਹੈ ਵੀ ਜ਼ਿਆਦਾ। ਮਤਲਬ ਹੁਣ ਤੇ ਹਰ ਬੰਦਾ ਇਹੀ ਕਹਿੰਦਾ ਪਿਆ ਕਿ ਜੀ ਪਾਣੀ ਬਹੁਤ ਜ਼ਿਆਦਾ ਹੈ, ਸਾਡੀ ਸੋਚ ਤੋਂ ਵੀ ਜ਼ਿਆਦਾ ਪਾਣੀ ਹੈਗਾ ਤੇ ਓਵਰਆਲ ਜਿਹੜੀ ਸਿਚੁਏਸ਼ਨ ਹੈ ਉਹ ਮਾੜੀ ਹੈ, ਕੋਈ ਚੰਗੀ ਨਹੀਂ ਚੱਲਦੀ ਪਈ ਜੋ ਸਿਚੁਏਸ਼ਨ ਬਣੀ ਖੜੀ ਹੈ। ਤੇ ਓਵਰਆਲ ਅਗਰ ਆਪਾਂ ਡੈਮਾਂ ਦੀ ਸੂਰਤ-ਹਾਲ ਵੇਖੀਏ ਉਹਦੇ ਨਾਲ ਮੌਸਮ ਦੀ ਸੂਰਤ-ਹਾਲ ਵੇਖੀਏ ਤੇ ਜਨਾਬ ਫਿਲਹਾਲ ਸਤਲੁਜ ਦੇ ਲੋਕਾਂ ਨੂੰ ਜਨਾਬ ਰਾਹਤ ਮਿਲਦੀ ਨਜ਼ਰ ਨਹੀਂ ਆਉਂਦੀ ਪਈ ਤੇ ਮੈਂ ਜਨਾਬ ਮੇਰੇ ਖਿਆਲ ਵਿੱਚ ਮਿਡ ਆਫ ਅਗਸਤ ਵਿੱਚ ਇਹ ਗੱਲ ਕੀਤੀ ਸੀ ਕਿ ਇਹ ਜਨਾਬ ਇੰਜ ਲੱਗਦਾ ਪਿਆ ਕਿ ਸਤਲੁਜ ਦਾ ਜਿਹੜਾ ਸੈਲਾਬ ਹੈ ਇਹ ਜੀ ਥੋੜਾ ਜਿਹਾ ਲੰਮੇ ਅਰਸੇ ਤੱਕ ਚੱਲੇਗਾ, ਕਾਫੀ ਦਿਨ ਲੱਗਣਗੇ ਕਿਉਂਕਿ ਜੀ ਪਹਿਲੇ ਪਾਣੀ ਆਉਂਦਾ ਸੀ ਤੇ ਰੇਲਾ ਆਉਂਦਾ ਸੀ ਤੇ ਜਨਾਬ ਗੁਜ਼ਰ ਜਾਂਦਾ ਸੀ। 1988 ਚ ਵੀ ਲੋਕਾਂ ਦਾ ਕਹਿਣਾ ਕਿ ਜਨਾਬ ਰੇਲਾ ਆਇਆ ਸੀ ਗੁਜ਼ਰ ਗਿਆ, ਲੇਕਿਨ ਜੀ 2023 ਵਿੱਚ ਪਾਣੀ ਪਹਿਲੇ ਨਿਚਲੇ ਦਰਜੇ ਦਾ ਸੈਲਾਬ ਆਇਆ ਤੇ ਫਿਰ ਜਨਾਬ ਸਾਨੂੰ ਐਕਸੈਪਸ਼ਨਲੀ ਹਾਈ ਫਲੱਡ ਵੇਖਣ ਨੂੰ ਲੱਭਿਆ ਤੇ ਉਹਦਾ ਨਤੀਜਾ ਨਿਕਲਿਆ ਕਿ ਲੋਕਾਂ ਨੂੰ ਮਸਾਇਲ ਦਾ ਸਾਹਮਣਾ ਕਰਨਾ ਪਿਆ। ਹੁਣ ਸੂਰਤ-ਹਾਲ ਜਿਹੜੀ 2025 ਦੀ, ਹੁਣ ਇੱਕ ਪਾਸੇ ਸੈਲਾਬ ਹੈ ਤੇ ਬਾਰਿਸ਼ਾਂ ਨੇ ਤੇ ਮੈਨੂੰ ਇਸ ਟਾਈਮ ਜਨਾਬ ਇਹ ਪਰੇਸ਼ਾਨੀ ਹੈ ਕਿ ਰੱਬ ਦੀ ਜ਼ਾਤ ਰਹਿਮ ਕਰੇ ਉਹਨਾਂ ਦੋਸਤਾਂ ਲਈ ਆਸਾਨੀਆਂ ਹੋਣ ਜਿਹੜੇ ਕਿ ਇਸ ਟਾਈਮ ਜੀ ਬਿਲਕੁਲ ਅਸਮਾਨ ਦੇ ਥੱਲੇ ਜੀ ਬੈਠੇ ਨੇ। ਉਹਨਾਂ ਕੋਲ ਕੋਈ ਛੱਤ ਨਹੀਂ, ਉਹਨਾਂ ਕੋਲ ਕੋਈ ਖੈਮਾ ਨਹੀਂ, ਉਹਨਾਂ ਕੋਲ ਕੋਈ ਕਿਸੇ ਕਿਸਮ ਦਾ ਕੈਂਪ ਨਹੀਂ, ਉਹ ਜੀ ਵਿਚਾਰੇ ਦਰ ਬਦਰ ਫਿਰਦੇ ਨੇ। ਜੋ ਸੋਸ਼ਲ ਮੀਡੀਆ ਤੇ ਵੀਡੀਓਜ਼ ਆਉਂਦੀਆਂ ਪਈਆਂ ਨੇ ਤੇ ਬੜੀ ਪਰੇਸ਼ਾਨ ਕੁਨ ਸੂਰਤ-ਹਾਲ ਹੈਗੀ ਹੈ ਤੇ ਮੇਰੇ ਖਿਆਲ ਵਿੱਚ ਜੀ ਉਹਨਾਂ ਲੋਕਾਂ ਨੂੰ ਸਪੋਰਟ ਕਰਨ ਦੀ ਜ਼ਰੂਰਤ ਹੈ। ਜੋ ਸਿਚੁਏਸ਼ਨ ਬਣੀ ਖੜੀ ਹੈ, ਜੋ ਬਾਰਿਸ਼ਾਂ ਦੇ ਮਾਮਲਾਤ ਨੇ 2023 ਵਿੱਚ ਇੰਨੀਆਂ ਬਾਰਿਸ਼ਾਂ ਨਹੀਂ ਹੋਈਆਂ ਸਨ ਜੋ